Full speed. Full speed. साथ संगत ਹੁਣ तक आपने गुरबाणी के कीर्तन का और विचारन का लाभ उठाया है। थोड़ा समा होर रहिंदा है, उसनूं भी सफला करन दी खेचल करो। रसना द्वारा शब्द विच बोलो ताकि रसना पवित्र होवे और सफली होवे। पहले दास बोलिया करेगा, फिर सब भाई, तीसरे पासे सब बीबियां गज बज के बोलिया कर। हम मैले उजल कर देवो, हम मैले उजल कर देवो। करते हम निर्गुण तू दाता, हम मूर्ख तुम चतुर सियाने, तुम सर्व कला का ज्ञाता। माधो हम ऐसे तुम ऐसा, हम पापी तुम पाप खंडन। नीको ठाकर देसा उजल कर दे हो, हम मैले उजल कर दे। साजे साज निवाजे, जियो पिंड दे प्राण। निर्गुण यारे गुण नहीं कोई, तुम दान दे हो मेहरबान। तुम करो भला हम भलो न जाने, तुम सदा सदा दयाला।
तुम सुखदाई पुरख विधाते, तुम राखो अपने वाला, तुम निधान अटल सुल्तान। जी जंत सब जाचै, कहो नानक यह हवाला। राख संतन के पाछे उजल कर देव, मैले मैले जल कर देव। ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ। ਪੂਰਾ ਧਿਆਨ ਸ਼ਬਦ ਔਰ ਵਿਚਾਰ ਵਿੱਚ ਹੋਵੇ, ਤਦੇ ਹੀ ਪੂਰਾ ਲਾਭ ਪ੍ਰਾਪਤ ਹੁੰਦਾ ਹੈ। ਉਹ ਤਦ ਹੁੰਦਾ ਹੈ ਜੇਕਰ ਰਸਨਾ ਦੁਆਰਾ ਸ਼ਬਦ ਵਿੱਚ ਬੋਲੀ ਜਾਈਏ, ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖੀਏ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਵ ਕਰੀਏ, ਬੁੱਧ ਨਾਲ ਵਿਚਾਰ ਕਰੀ ਜਾਈਏ। ਇਉਂ ਖਿਆਲ ਦਾ ਟਿਕਾ ਹਰੀ ਜਸ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਵਿੱਚ ਪੂਰਾ ਹੋ ਜਾਂਦਾ ਹੈ, ਫਿਰ ਪੂਰਾ ਲਾਭ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਦੇ ਭਜਨ ਦੀਆਂ ਬਰਕਤਾਂ ਔਰ ਗੁਰੂ ਸੰਗਤ ਦੀ ਸੇਵਾ ਦੇ ਲਾਭ ਕਥਨ ਤੋਂ ਬਾਹਰ ਹਨ। ਜਿਨ੍ਹਾਂ ਇਹ ਕੀਤਾ ਉਹ ਭਜਨ ਦੀਆਂ ਬਰਕਤਾਂ ਔਰ ਸੇਵਾ ਤੋਂ ਫੈਜ਼ਯਾਬ ਹੋਏ। ਸੋ ਇਉਂ ਉਹਨਾਂ ਦੀ ਬਾਬਤ ਹੀ ਹਜ਼ੂਰ ਫਰਮਾਉਂਦੇ, ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਂਦਾ। ਜਪੀਏ ਤਾਂ ਦੂਰ ਹੁੰਦੇ, ਸੇਵਾ ਕਰਕੇ ਮਾਣ ਪਾਈਂਦਾ। ਜਪੀਏ
प्यारे जी सेवा करके मान पाई, प्यारे जी सेवा करके मान पाइंदा, सेवा करके मान पाइंदा, प्यारे जी सेवा करके मान ਵਾਹਿਗੁਰੂ ਦੇ ਭਜਨ ਦੀਆਂ ਔਰ ਸਾਧੂ ਸੇਵਾ, ਸਾਧ ਸੰਗਤ, ਗੁਰੂ ਦੀ ਸੇਵਾ ਦੀਆਂ ਬਰਕਤਾਂ ਕੋਈ ਗੁੱਝੀਆਂ ਛਿਪੀਆਂ ਨਹੀਂ। ਅੱਜ ਗੁਰੂ ਕਲਗੀਧਰ ਦਸਮ ਪਾਤਸ਼ਾਹ ਦਾ ਰੂਹਾਨੀ ਦਰਬਾਰ ਸਜਿਆ। ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਨੇਤਰਾਂ ਕਰਕੇ ਗੁਰੂ ਕੇ ਦੀਦਾਰ ਇਉਂ ਕਰਦੇ ਹਨ ਜਿਵੇਂ ਕਰੋੜਾ ਚਕੋਰ ਇੱਕ ਟਕ ਲਗਾ ਕੇ ਚੰਦਰਮਾ ਵੱਲ ਤੱਕਦੇ ਹਨ। ਗਰਦਨ ਭਾਵੇਂ ਮੜੁੱਕ ਜੇ ਦੀਦਾਰ ਕਰਨੋਂ ਨਹੀਂ ਹਟਦੀ। ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਹਨ, ਜ਼ੁਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਔਰ ਨਿਰੰਤਰ ਸਿਮਰਨ ਕਰਨ ਵਾਲੇ ਬਹੁਤ ਅਭਿਆਸੀ ਗੁਰਮੁਖ ਵੀ ਵਿੱਚ ਬੈਠੇ ਹਨ। ਆਪਣੇ ਸਮੇਂ ਨੂੰ ਬੈਕੁੰਠਮਈ ਬਣਾ ਰਹੇ ਹਨ। ਇੱਥੇ ਬੈਕੁੰਠ ਵਰਗਾ ਸਮਾਂ ਗੁਜ਼ਰਦਾ ਜਿਹੜੇ ਆਪਣੇ ਸਮੇਂ ਨੂੰ ਗੁਜ਼ਾਰਦੇ ਹਨ। ਜਦੋਂ ਔਧ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਇਹ ਜੀ ਸ੍ਰੇਸ਼ਟ ਗਤੀ ਹੁੰਦੀ ਹੈ ਜਿਸ ਦੀ ਬਾਬਤ ਸਾਹਿਬ ਗੁਰੂ ਪੰਚਮ ਪਾਤਸ਼ਾਹ ਫਰਮਾਉਂਦੇ ਹਨ। ਦਰਗੇ ਮਿਲਦਾ ਥੋਂ ਗੁਰਾਂ ਦੇ ਨਾਲ ਰੱਤੀਆਂ, ਗੁਰਾਂ ਦੇ ਨਾਲ ਰੱਤੀਆਂ, ਦਰਗੇ ਮਿਲਦਾ ਥੋਂ ਗੁਰਾਂ ਨਾਲ ਰੱਤੀਆਂ, ਗੁਰਾਂ ਨਾਲ ਰੱਤੀਆਂ,
ਅੰਤਰ ਗੁਰੂ ਅਰਾਧਣਾ। ਜੇਭਾ ਜਪ ਗੁਰਨੋ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨੋ। ਸਤਿਗੁਰ ਸੇਤੀ ਰਤਿਆਂ, ਦਰਗੇ ਪਾਈਏ ਠੋਂ। ਇਉਂ ਮਰਨ ਤੋਂ ਬਾਅਦ ਉਹਨਾਂ ਨੂੰ ਸੱਚਖੰਡ ਬੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ ਹੈ। ਇੱਥੇ ਕਹਿਤ ਕਬੀਰ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਕਬੀਰ ਜੀ ਕਹਿੰਦੇ ਨੇ, ਅਗਰ ਦੁਨੀਆ ਦੇ ਤਖਤੇ 'ਤੇ ਕੋਈ ਬੈਕੁੰਠ ਹੈ ਤਾਂ ਸਾਧ ਸੰਗਤ ਹੀ ਹੈ। ਇਉਂ ਗੁਰੂ ਕਲਗੀਧਰ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰੇਮੀ ਬੈਕੁੰਠ ਵਰਗਾ ਆਨੰਦ ਮਾਣ ਰਹੇ ਹਨ। ਗਰਮੀ ਦਾ ਮੌਸਮ ਹੈ, ਲੂਆਂ ਚੱਲਦੀਆਂ ਹਨ। ਲੂਆਂ ਦੇ ਚੱਲਣ ਕਰਕੇ ਪ੍ਰਿਥਵੀ ਔਰ ਉਸਦੇ ਪਦਾਰਥ ਇਉਂ ਤਪਦੇ ਹਨ ਜਿਵੇਂ ਈਰਖਾਲੂ ਪੁਰਸ਼ ਦਾ ਚਿੱਤ ਤਪਿਆ ਕਰਦਾ ਹੈ। ਬਾਰ ਬਾਰ ਸਭ ਨੂੰ ਪਿਆਸ ਲੱਗਦੀ ਹੈ ਅਤੇ ਸੰਗਤ ਵਿੱਚ ਪੱਖੇ ਚੱਲਦੇ ਨੇ ਗਰਮੀ ਦੇ ਕਾਰਨ। ਮੈਂ ਹਜ਼ੂਰ ਨੂੰ ਵੀ ਪਿਆਸ ਲੱਗੀ। ਉੱਚੀ ਆਵਾਜ਼ ਨਾਲ ਆਪ ਨੇ ਫਰਮਾਇਆ, ਜਦ ਗਰਮੀ ਬਰਦਾਸ਼ਤ ਸਿੱਖ ਹਾਜ਼ਰ ਨਹੀਂ ਸੀ, ਸਾਹਮਣੇ ਇੱਕ ਕਿਸ਼ੋਰ ਅਵਸਥਾ ਦਾ ਲੜਕਾ, ਯਾਨੀ 13-14 ਸਾਲ ਦੀ ਉਮਰ ਦਾ ਲੜਕਾ, ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਬਸਤਰ ਪਹਿਨੇ ਹੋਏ ਹਨ। ਕਿਸੇ ਅਮੀਰ ਦਾ ਲੜਕਾ ਹੈ। ਉੱਠ ਕੇ ਜਾਂਦਾ ਹੈ, ਹੱਥ ਧੋ ਕੇ ਸ਼ੁੱਧੀ ਨਾਲ ਠੰਡੇ ਜਲ ਦਾ ਕਟੋਰਾ ਭਰ ਕੇ ਲੈ ਆਉਂਦਾ। ਉਹ ਕਟੋਰਾ ਗੁਰੂ ਜੀ ਨੇ ਆਪਣੇ ਹੱਥ 'ਤੇ ਲੈ ਲਿਆ, ਪਰ ਉਸ ਭੁਜੰਗੀ ਦੇ ਸਿਰ ਤੋਂ ਲਾ ਕੇ ਪੈਰਾਂ ਤੱਕ ਨਿਗਾਹ ਦੌੜਾਈ। ਪੰਪਿਆ ਕਿਸੇ ਅਮੀਰ ਦਾ ਪੁੱਤਰ ਹੈ, ਪਰ ਇਹਦੇ ਹੱਥ ਪੈਰ ਬੜੇ ਕੋਮਲ ਦੀਨੇ ਹਨ। ਪ੍ਰਤੀਤ ਹੁੰਦਾ ਇਹਨਾਂ ਨਾਲ ਕਦੇ ਇਹਨੇ ਸੇਵਾ ਨਹੀਂ ਕੀਤੀ। ਪੁੱਛਣ ਲੱਗੇ, ਕਾਕਾ ਬੀਬਾ ਕਿਸ ਦਾ ਪੁੱਤਰ ਹੈ? ਉਸਨੇ ਅਰਜ਼ ਕੀਤੀ, ਗਰੀਬ ਨਵਾਜ਼, ਮੇਰਾ ਪਿਤਾ ਇੱਕ ਬਹੁਤ ਵੱਡਾ ਸੇਠ ਆਦਮੀ ਹੈ। ਹਾਂ, ਪ੍ਰਤੀਤ ਹੁੰਦਾ ਤਾਂ ਇਹਨਾਂ ਹੱਥਾਂ ਨਾਲ ਕਦੇ ਕੋਈ ਸੇਵਾ ਨਹੀਂ ਇਸ ਤੋਂ ਪਹਿਲਾਂ ਕੀਤੀ। ਉਸਨੇ ਅਰਜ਼ ਕੀਤੀ, ਹਾਂ ਗਰੀਬ ਨਵਾਜ਼, ਪਹਿਲਾ ਦਿਨ ਹੈ, ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ ਹੈ। ਫਿਰ ਪੁੱਛਿਆ, ਇਹਨਾਂ ਹੱਥਾਂ ਨਾਲ ਕਦੇ ਸਾਧ ਸੰਗਤ ਦੇ ਜੁੱਤੇ ਝਾੜੇ ਹੋਣ? ਉਹਨੇ ਕਿਹਾ, ਨਹੀਂ ਗਰੀਬ ਨਵਾਜ਼। ਫਿਰ ਪੁੱਛਿਆ, ਇਹਨਾਂ ਹੱਥਾਂ ਨਾਲ ਗੁਰੂ ਕੇ ਲੰਗਰ ਵਿੱਚ ਪਹੁੰਚ ਕੇ ਉਹਦੇ ਸਾਧ ਸੰਗਤ ਦੇ ਜੂਠੇ ਬਰਤਨ ਸਾਫ਼ ਕੀਤੇ ਹੋਣ? ਉਹਨੇ ਕਿਹਾ, ਨਹੀਂ ਮਹਾਰਾਜ। ਫਿਰ ਇਹਨਾਂ ਹੱਥਾਂ ਦੇ ਨਾਲ ਕਦੇ ਤੱਪੜ ਵਿਛਾਏ ਹੋਣ ਸਾਧ ਸੰਗਤ ਦੇ? ਉਸਨੇ ਕਿਹਾ, ਨਹੀਂ ਸੱਚੇ ਪਾਤਸ਼ਾਹ। ਜਲ ਢੋਇਆ ਹੋਵੇ? ਉਸਨੇ ਕਿਹਾ, ਨਹੀਂ ਗਰੀਬ ਨਵਾਜ਼। ਪੱਖਾ ਮਾਰਿਆ ਹੋਵੇ? ਨਹੀਂ, ਕਦੇ ਕੋਈ ਸੇਵਾ ਨਹੀਂ ਕੀਤੀ, ਪਹਿਲਾ ਦਿਨ ਹੈ, ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ। ਇਹ ਸੁਣ ਕੇ ਗੁਰੂ ਜੀ ਨੇ ਉਹ ਕਟੋਰਾ ਸਣੇ ਪਾਣੀ ਫੇਂਕ ਦਿੱਤਾ। ਸਭ ਦੀ ਨਿਗਾਹ ਚੂੰਕਿ ਗੁਰੂ ਜੀ ਵੱਲ ਸੀ, ਇਸ ਕਰਕੇ ਇਹ ਆਵਾਜ਼ ਕਈਆਂ ਨੂੰ ਜੋ ਨੇੜੇ ਨੇੜੇ ਸਨ ਉਹਨਾਂ ਨੂੰ ਸੁਣੀ, ਜੋ ਦੂਰ ਸੰਗਤ ਬੈਠੀ ਸੀ ਉਹਨਾਂ ਨੂੰ ਨਹੀਂ ਸੁਣ ਸਕੀ, ਕਿਉਂਕਿ ਉੱਚੀ ਕੀਰਤਨ ਹੋ ਰਿਹਾ ਸੀ। ਸੋ ਸਭ ਦੇ ਦਿਲ ਵਿੱਚ ਸ਼ੰਕਾ ਪੈਦਾ ਹੋਇਆ ਵੀ ਗੁਰੂ ਜੀ ਨੇ ਪਾਣੀ ਮੰਗਾਇਆ ਸੀ ਪਿਆਸ ਦੇ ਕਾਰਨ, ਪਰ ਇਸ ਭੁਜੰਗੀ ਦੇ ਹੱਥੋਂ ਪਾਣੀ ਨਹੀਂ ਪੀਤਾ। ਪਤਾ ਨਹੀਂ ਕੀ ਕਾਰਨ ਹੈ, ਇਹਦੇ ਵਿੱਚ ਕਿੰਨਾ ਕੁ ਨੁਕਸ ਹੈ ਜਿਸ ਕਰਕੇ ਇਹਦੇ ਹੱਥੋਂ ਪਾਣੀ ਨਹੀਂ ਪੀਤਾ। ਇਉਂ ਕਈ ਕਿਸਮ ਦੇ ਸਭ ਦੇ ਦਿਲਾਂ ਦੇ ਵਿੱਚ ਸ਼ੰਕੇ ਖਿਆਲਾਤ ਪੈਦਾ ਹੁੰਦੇ ਸਨ। ਉਹਨਾਂ ਨੂੰ ਦੂਰ ਕਰਨ ਵਾਸਤੇ ਔਰ ਕੁਛ ਸਿੱਖਿਆ ਦੇਣ ਵਾਸਤੇ ਆਪ ਜੀ ਨੇ ਕੀਰਤਨ ਬੰਦ ਕੀਤਾ। ਉੱਚੀ ਆਵਾਜ਼ ਨਾਲ ਸਾਰੀ ਸੰਗਤ ਨੂੰ ਆਵਾਜ਼ਾ ਕਰਕੇ ਕਿਹਾ, ਪ੍ਰੇਮੀਓ, ਕੀ ਤੁਹਾਡੇ ਵਿੱਚ ਕੋਈ ਇਹੋ ਜਿਹਾ ਪ੍ਰੇਮੀ ਮਾਈ ਭਾਈ ਵੀ ਹੈ ਜੋ ਮੁਰਦੇ ਨੂੰ ਛੋਹ ਕੇ ਪਾਣੀ ਪੀ ਲਵੇ ਜਾਂ ਭੋਜਨ ਛਕ ਲਵੇ? ਸਭ ਨੇ ਕਿਹਾ, ਗਰੀਬ ਨਵਾਜ਼, ਮੁਰਦੇ ਨੇ ਛੋਹਿਆ ਨਾ ਤਾਂ ਕੋਈ ਪਾਣੀ ਪੀਂਦਾ ਨਾ ਭੋਜਨ ਛਕਦਾ, ਕਿਉਂਕਿ ਮੁਰਦੇ ਨੂੰ ਟੱਚ ਹੋਈ ਵਸਤੂ ਅਸ਼ੁੱਧ ਹੋ ਜਾਂਦੀ ਹੈ। ਹੋਰ ਤਾਂ ਕੀ, ਕਿਤੇ ਕਿਤਾਈ ਜੀ ਕਿਸੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ, ਲੋਕ ਉਸ ਦੇ ਪਿੱਛੇ ਸ਼ਮਸ਼ਾਨ ਭੂਮਿਕਾ ਤੱਕ ਮਜ਼ਲ ਜਾਂਦੇ ਹਨ। ਘਰ ਆ ਕੇ ਇਸ਼ਨਾਨ ਵਗੈਰਾ ਕਰਕੇ ਬਸਤਰ ਬਦਲ ਕੇ
ਫਿਰ ਖਾਣ ਪਾਣ ਵਿੱਚ ਪ੍ਰਵਿਰਤ ਹੁੰਦੇ ਹਨ। ਉਸ ਦੇ ਪਿੱਛੇ ਜਾਣ ਕਰਕੇ ਹੀ ਆਪਣੇ ਆਪ ਨੂੰ ਇਤਨਾ ਅਸ਼ੁੱਧ ਮੰਨਦੇ ਹਨ। ਗੁਰੂ ਜੀ ਕਹਿੰਦੇ ਆਮ ਲੋਕ ਮੁਰਦੇ ਦੇ ਪਿੱਛੇ ਜਾਣ ਕਰਕੇ ਫਿਰ ਇਸ਼ਨਾਨ ਵਗੈਰਾ ਕਰਕੇ ਸ਼ੁੱਧ ਵਸਤਰ ਪਹਿਨ ਕੇ ਫਿਰ ਕੁਝ ਖਾਂਦੇ ਜਾਂ ਪੀਂਦੇ ਹਨ, ਯਾਨੀ ਮੁਰਦੇ ਦੇ ਪਿੱਛੇ ਜਾਣ ਕਰਕੇ ਹੀ ਆਪਣੇ ਆਪ ਨੂੰ ਇਤਨਾ ਅਸ਼ੁੱਧ ਮੰਨਦੇ ਹਨ। ਕੁਝ ਖਾਂਦੇ ਪੀਂਦੇ ਨੇ ਬਿਨਾਂ ਇਸ਼ਨਾਨ ਜਾਂ ਵਸਤਰ ਬਦਲੇ, ਪਰ ਮੈਂ ਮੁਰਦੇ ਨੂੰ ਛੁਇਆ ਪਾਣੀ ਕਿਉਂ ਪੀ ਲਾਂ ਭਾਈ। ਸਭ ਨੇ ਅਰਜ਼ ਕੀਤੀ ਗਰੀਬ ਨਵਾਜ਼ ਇਹ ਮੁਰਦਾ ਤਾਂ ਨਹੀਂ, ਕਿਸੇ ਅਮੀਰ ਦਾ ਲੜਕਾ ਹੈ, ਸ਼ੁੱਧੀ ਨਾਲ ਹੱਥ ਧੋ ਕੇ ਲਿਆਇਆ ਹੈ। ਗੁਰੂ ਜੀ ਨੇ ਫਰਮਾਇਆ ਕਿ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਭੁੱਲ ਗਿਆ। ਜਿਨ੍ਹਾਂ ਦੇ ਬਚਨਾਂ ਨੂੰ ਤਿੰਨਾਂ ਲੋਕਾਂ 14 ਭਵਨਾਂ ਵਿੱਚ ਸਭ ਨੇ ਸਵੀਕਾਰ ਕੀਤਾ ਹੈ, ਉਹਨਾਂ ਦੇ ਬਚਨ ਤੁਹਾਨੂੰ ਭੁੱਲ ਗਏ। ਸਭ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਦੱਸੋ ਕੀ ਬਚਨ ਗੁਰੂ ਬਾਬੇ ਦੇ। ਕਹਿੰਦੇ ਪਤਾ ਹੈ ਗੁਰੂ ਬਾਬਾ ਜੀ ਕਿਸ ਨੂੰ ਮੁਰਦਾ ਕਹਿੰਦੇ ਹਨ। ਸਭ ਸੰਗਤ ਨੇ ਫਿਰ ਅਰਜ਼ ਕੀਤੀ ਹਜ਼ੂਰ ਫਰਮਾਓ। ਆਪ ਜੀ ਨੇ ਫਰਮਾਨ ਕੀਤਾ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਗੁਰੂ ਬਾਬਾ ਜੀ ਤਾਂ ਉਸ ਨੂੰ ਮੁਰਦਾ ਕਹਿੰਦੇ ਹਨ ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ। ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਤੋਂ ਸ਼ੂਨ ਹੈ, ਇਸ ਕਰਕੇ ਉਸ ਨੂੰ ਮੁਰਦਾ ਕਹਿੰਦੇ ਨੇ। ਭਾਵੇਂ ਅਤ ਸੁੰਦਰ ਸਰੀਰ ਦਾ ਬਹੁਤ ਹੀ ਖੂਬਸੂਰਤ ਕਿਉਂ ਨਾ ਹੋਵੇ, ਕੁਲੀਨ ਬਹੁਤ ਚੰਗੀ ਕੁਲ ਦਾ ਵੀ ਕਿਉਂ ਨਾ ਹੋ, ਚਤਰ ਗੱਲਾਂ ਬਾਤਾਂ ਵਿੱਚ ਬਹੁਤਾ ਹੁਸ਼ਿਆਰ ਕਿਉਂ ਨਾ ਹੋ। ਮੁਖ ਗਿਆਨੀ, ਇੱਕ ਮੁਖ ਗਿਆਨੀ ਹੁੰਦੇ ਨੇ, ਇੱਕ ਬ੍ਰਹਮ ਗਿਆਨੀ ਹੁੰਦੇ। ਬ੍ਰਹਮ ਗਿਆਨ ਵਾਸਤੇ ਤਾਂ ਸਾਰੇ ਸਾਧਨ ਹੀ ਹਨ। ਬ੍ਰਹਮ ਗਿਆਨੀ ਪ੍ਰਭੂ ਨੂੰ ਮਿਲੇ ਦਾ ਨਾਮ ਹੈ। ਇਸ ਤੋਂ ਪਰੇ ਤਾਂ ਕੋਈ ਅਵਸਥਾ ਹੀ ਨਹੀਂ ਰੂਹਾਨੀਅਤ ਵਿੱਚ। ਸੋ ਇੱਥੇ ਬਾਚਕ ਗਿਆਨੀ ਮੁਖ ਗਿਆਨੀ ਕਹਿੰਦੇ ਸਿਰਫ ਪੜ੍ਹਿਆ ਹੈ, ਆਲਮ ਹੈ, ਅਮਲ ਨਹੀਂ। ਉਸ ਵੱਲ ਇਸ਼ਾਰਾ ਹੈ ਮੁਖ ਗਿਆਨੀ। ਧਨਵੰਤ ਧਨਾੜ ਵੀ ਭਾਵੇਂ ਕਿਤਨਾ ਹੈ। ਇਹ ਪੰਜੇ ਸਿਫਤਾਂ ਇੱਕ ਵਿਅਕਤੀ ਵਿੱਚ ਪਾਈਆਂ ਜਾਂਦੀਆਂ ਹਨ। ਅਤ ਸੁੰਦਰ, ਕੁਲੀਨ, ਚਤਰ, ਮੁਖ ਗਿਆਨੀ, ਧਨਵੰਤ। ਪਰ ਜੇ ਉਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਔਰ ਭਗਤੀ ਨਹੀਂ ਕਰਦਾ, ਉਹਦਾ ਦਰਜਾ ਮੁਰਦਿਆਂ ਵਿੱਚ ਹਜ਼ੂਰ ਨੇ ਫਰਮਾਨ ਕੀਤਾ ਹੈ। ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ। ਉਹਦਾ ਦਰਜਾ ਗੁਰੂ ਬਾਬਾ ਜੀ ਮੁਰਦਿਆਂ ਵਿੱਚ ਰੱਖਦੇ ਹਨ। ਜਿਉਂਦਾ ਕੌਣ ਹੈ? ਸੋ ਜੀਵਿਆ ਜਿਸ ਮਨ ਵਸਿਆ ਸੋਏ। ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ।
सब हराम जेता किछ खाए, राज रंग माल रंग, रंग रत्ता नचे नंग, नानक ठगिया मुठा जाए, बिन नामे पत गया गवाए। क्या खादे क्या पैदे होए, जाना ही मन सच्चा सोए। क्या मेवा क्या घ्यो गुड़ मिठा, क्या मैदा क्या मास, क्या लश्कर क्या नेब खवासी, आवे मिलनी वास। नानक सच्चे नाम बिन सभे टोर विनाश। हाँ, वो जिਉਂਦਾ है जिहदे मन विच वाहिगुरू वस गया। हाँ, उन्हां बाबत तां हजूर ने ऐसा फरमान किया है, जिन्हां सेवा भगती करके मन नूं शुद्ध करके आत्मरस प्राप्त किया है, उन्हां दी बाबत ही ऐसे फरमान है। आत्मरस जै जानिया हर रंग सहेजे मान, नानक धन 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 जन आए ते परवान। जिन्हां ने सेवा भक्ति करके मन की शुद्धि द्वारा आत्मरस प्राप्त किया है, उन्हां दा दुनिया दे विच तिन्नां कालां विच तिन्नां लोकां विच आउणा प्रवाणिक है। सो उन्हां दा आया सफला है। साहिब दसम पातशाह ताइयों फरमाउंदे हन, आत्मरस जे जान ही सो है खालस देव, पर्व में मोह में तास में रंचक नाही भेद। जिसने सेवा भक्ति करके मन की शुद्धि द्वारा आत्मरस प्राप्त किया है, वो खालसा है। दशमेश जी फरमाउंदे हन, वो खालसे विच मेरे विच ते परमेश्वर दे विच रंचक मात्र भी फर्क नहीं है, एक रूप हन। इयों करके इयों दसिया, पर जब सेवा भक्ति नहीं करते उसका दर्जा मुर्दियां विच। साहब दसम पातशाह ने कहा, भाई प्रेमियों, की तुहानू पता है कुछ? जिस वक्त भगत कबीर जी होए हैं, उस वक्त साढ़े हिंदुस्तान विच किस बादशाह की हुकूमत सी, की नाम सी उसका? विद्या का जमाना नहीं सी, उदों लोग पढ़े गुणे थोड़े होंगे। सब चुप हो गए, महाराज पता नहीं कौन सी। कोई ना नहीं जानता उस वक्त बादशाह का? नहीं महाराज। कबीर के नाम नूं कौन भुलिया महाराज? फिर की गल है? हज़ारां मरबा मील का मालक बादशाह, चक्रवर्ती बादशाह, दूसरे पास एक गरीब जुलाह अपनी किरत करके दसां नवां की किरत करदा, परमेश्वर का भजन करदा और संतां की सेवा करदा। ਉਹਨੂੰ ਤੁਸੀਂ ਸਾਰੇ क्यों जानते हो? महाराज उसके तो असीं रोज़ शब्द पढ़ते हैं, उसकी शिक्षा तो, उसके जीवन तो बड़ी शिक्षा हासिल करते हैं। ये क्यों? वो संत सेवी सी और वाहिगुरू का भगत सी। दो गुणा करके वो अमर ते अटल है। पर उस वक्त के बादशाह भी चक्रवर्ती बादशाह सी, उसके नाम तुसीं जानते तक नहीं। ये सारा सेवा भक्ति का महात्म है। भाई साहब भाई गुरदास उन्होंने बचन की तुसीं भुल गए? वो की कहते हैं, जे शरीर नाल सेवा ना की जाए, हत्थां पैरां नाल सेवा ना की जाए, तां हत्थ पैर की हैं धिकारयोग उन्होंने दसदे हैं। यूँ कहते हैं, तिरकार हत्थां पैरां नूं, तिरकार हत्थां पैरां नूं,
बिन सेवा तिरग हथ पैर होरने फुल करनी। भाई साहब भाई गुरदास गुरु घर दे वेद व्यास मन्ने हन। उन्होंने थोड़े अखरां विच शरीर दे सारे अंगां नूं जो इन्हां दा सेवा दा फर्ज है उस तो बिना धिकार योग दर्शाया है। सिर तो ला के पैरों वल नूं कल्ले कल्ले अंग नूं धिकार योग इउं दस्सिया। तिरग सिर जो गुरु ना निवें गुरु लगे न चरनी। तिरग लोयण गुरु दर्श बिना पेखे पर तरणी। तिरग सरवण उपदेश बिना सुन सुरतन धरणी। बिन सेवा तिरग हथ पैर तिरग जेबा गुरु शब्द बिना और मंत्र सिमरणी। बिन सेवा तिरग हथ पैर और नेफल करनी। पीर मरीदा पिरहड़ी सुख सतगुर शरणी। यूँ हत्थां पैरां नूं सिर तो ला के पैरां तक कले कले अंग नूं धिकार योग दस्सिया। सिर दा फर्ज है नमस्कार भगती करनी। अगर ऐसा नहीं करता ये भी धिकार योग है। सिर तो नीचे अखां हन जो प्यार नाल गुरु का दर्शन नहीं करदियां बल्कि खोटी निगाही वेखदियां हन। उन्हां अखां नूं भी धिकार योग दस्सिया है। अखां तो नीचे कन हन उन्हां दा फर्ज है वाहिगुरू दा जस सुनना। अगर वाहिगुरू दा जस छड्ड के निंदा चुगली आदि सुनन विच उनकी प्रवृत्ति है उन्होंने भी धिकार योग दसिया है। उस तो नीचे जबान है जो जबान हरी जसनी करती निंदा चुगली आदि विच ही लगी रहिंदी है उसनों भी धिकार योग दसिया है। उसते नीचे हथ पैर हन वो भी सेवा तो बिना धिकार योग दसे हैं। यूँ सारे अंगां नूं धिकार योग दसिया है। सो बाबा अमरदास जी ने सोचिया गुरु शरण विच आके गुरु दीक्षा तो प्राप्त होगी। अमृतपान कर लिया संस्कार अमृत भी हासिल कर लिया नाम अमृत भी हासिल कर लिया। हुण सेवा भक्ति करके आखिरी स्टेज ब्रह्म ज्ञान की प्रभु प्राप्ति है। उसनों प्राप्त होकर जन्मण के बंधन कट्टे जाण तो बेहतर है। सो जिमें मन सफला है भजन कीते इसी तरह शरीर सेवा कीतियां सफला हुंदा है धन दान कीतियां सफला हुंदा है। यूँ आपने हुण सेवा और भजन वास्ते कम रक्षा कर लिया। सेवा दे विच बड़ी बड़ी बरकतां शक्तियाँ और भजन दे विच बड़ी बड़ी बरकतां ते शक्तियाँ पुरातन जमाने तो ला के हुण तक चलियां आईयां। वो किते बाहर नहीं गईयां। जिमें एक छोटा जिहा बोहड़ का दरख्त बीज हुंदा है वो छोटे जे बीज दे विच किड्डा वड्डा बोहड़ का दरख्त छुपिया हुंदा है पर दींदा नहीं। जेकर उस दरख्त नूं देखना होवे वो छोटे जे बीज नूं जमीन विच गड्ढिया जावे कई लगाया जाए बोया जाए उसनूं पानी वगैरह दिता जाए उसकी हर तरीके से परवरिश की जाए पालना की जाए रक्षा की जाए। कुछ समय दे विच वो बोहड़ का दरख्त हौली हौली वधदा 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 बहुत बड़ा हो जाता है। इसी तरह हर इंसान दे अंदर वाहिगुरू सृष्टि का करता हरता तरता और उसदियां शक्तियाँ उसी तरह छिपियां हुईयां हन जिमें छोटे जे बीज के अंदर किड्डा वड्डा बोहड़ का दरख्त छुपिया हुंदा है। पर वो पैदा तद हुंदा है उसनूं जमीन विच लगाया जाए उसकी परवरिश की जाए। इसी तरह हर इंसान के अंदर वाहिगुरू तो दीयां शक्तियाँ भरपूर हैं दींदियां नहीं हैं पर प्राप्त कद हुंदियां हैं जदों सेवा भगती करके मन नूं शुद्ध किया जाए अंदरों ही वो शक्तियाँ पैदा हो जांदियां। तदे हजूर पंचम पातशाह ने दस्या प्रभु के सिमरन रिद्ध सिद्ध नवनिध प्रभु के सिमरन ज्ञान ध्यान तत्बुद्ध।
ਇਹ ਵਾਹਿਗੁਰੂ ਦੀ ਪ੍ਰਾਪਤੀ ਔਰ ਇਹਦੀ ਸਿੱਧੀ ਨਿਧੀ, ਉਹਦੀ ਵਿਭੂਤੀ, ਦੋਵੇਂ ਚੀਜ਼ਾਂ ਸੇਵਾ ਭਗਤੀ ਵਿੱਚ ਆ ਜਾਂਦੀਆਂ ਹਨ। ਇਸ ਕਰਕੇ ਆਪ ਨੇ ਸੇਵਾ ਔਰ ਭਜਨ, ਸੇਵਾ ਕਿਹੋ ਜੀ? ਸਾਧ ਸੰਗ ਦੇ ਜੋੜੇ ਝਾੜਨੇ ਔਰ ਜੂਠੇ ਬਰਤਨ ਮਾਂਜਣੇ, ਗੁਰੂ ਕੇ ਲੰਗਰ ਵਿੱਚ ਪਹੁੰਚ ਕੇ ਝਾੜੂ ਦੇਣੇ, ਪਾਣੀ ਢੋਣਾ। ਉਹਨਾਂ ਸਮਿਆਂ ਵਿੱਚ ਇਤਨੇ ਸਾਧਨ ਨਹੀਂ ਸਨ ਪਾਣੀ ਵਗੈਰਾ ਦੇ। ਇਸ ਤੋਂ ਇਲਾਵਾ ਹੋਰ ਬਹੁਤ ਕਿਸਮ ਦੀ ਸੇਵਾ ਜੋ ਗੁਰੂ ਘਰ ਵਿੱਚ ਸੀ, ਗੁਰੂ ਸੰਗਤ ਦੀ ਸੇਵਾ ਦੇ ਵਾਸਤੇ ਆਪ ਨੇ ਕੁਮਰ ਕਸਾ ਕੀਤਾ। ਇਹ ਨਹੀਂ, ਇਸ ਤੋਂ ਇਲਾਵਾ ਆਪ ਨੇ ਇੱਕ ਬੜੀ ਕਠਿਨ ਪ੍ਰਤਿਗਿਆ ਕੀਤੀ। ਉਹ ਕੀ ਸੀ? ਗੁਰੂ ਸਾਡੇ ਦਸੇ ਗੁਰੂ ਔਰ ਬੜੇ ਬੜੇ ਮਹਾਂਪੁਰਖ, ਉਹਨਾਂ ਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦੇ ਵਿੱਚ ਜੁੜਨ ਦਾ ਨਿਯਮ ਸੀ। ਦਸੇ ਪਾਤਸ਼ਾਹਾਂ ਦੀ ਬਾਤ ਵੀ ਐਸਾ ਹੀ ਆਉਂਦਾ ਹੈ, ਜਾਮ ਜਾਮਨੀ ਜਾਗੇ ਕਿਰਪਾਲ। ਛੇਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਨੇ ਜੰਗ ਕੀਤੇ, ਪਰ ਜੰਗ ਦੇ ਦੌਰਾਨ ਵਿੱਚ ਵੀ ਇਹ ਉਪਾਸਨਾ ਜਾਰੀ ਰਹੀ। ਜਿਉਂ ਗੁਰੂ ਅੰਗਦ ਦੇਵ ਮਹਾਰਾਜ ਪੈਸਵਾ ਪਹਿਰਾਤ ਰਹਿੰਦੇ ਇਸ਼ਨਾਨ ਕਰਿਆ ਕਰਦੇ, ਬਾਬਾ ਅਮਰਦਾਸ ਜੀ ਨੇ ਖਡੂਰ ਸਾਹਿਬ ਤੋਂ ਦਰਿਆ ਬਿਆਸ 4 ਕੋਹ ਦੇ ਫਾਸਲੇ 'ਤੇ ਸੀ, ਉੱਥੋਂ ਜਲਦੀ ਗਾਗਰ ਲੈ ਕੇ ਆਉਣੀ, ਉਸ ਦੇ ਨਾਲ ਇਸ਼ਨਾਨ ਕਰਵਾਉਣਾ ਆਪਦਾ। ਉਹ ਕਿਵੇਂ ਰਾਤ ਦੇ ਸਤਸੰਗ ਤੋਂ ਬਾਅਦ ਪਹਿਰਸਵਾ ਪਹਿਰਾਤ ਗੁਜ਼ਰ ਜਾਂਦੀ। ਰਾਤ ਦੇ ਸਤਸੰਗ ਤੋਂ ਬਾਅਦ ਆਪ ਨੇ ਮੋਢੇ 'ਤੇ ਗਾਗਰ ਉਠਾਉਣੀ, 2 ਕੋਹ ਕੁਛ ਪਹਿਰੇ ਜਾਣਾ, ਗੁਰੂ ਵੱਲ ਕਿਤੇ ਪਿੱਠ ਨਾ ਹੋ ਜਾਵੇ। ਫਿਰ ਅਰਦਾਸ ਕਰਨੀ, ਖਿਮਾ ਮੰਗਣੀ ਗਰੀਬ ਨਵਾਜ਼, ਹਜ਼ੂਰ ਵੱਲ ਪਿੱਠ ਹੋ ਰਹੀ ਹੈ। ਦਰਿਆ ਬਿਆਸ ਵੱਲ ਮੂੰਹ ਕਰਨਾ, ਉੱਥੋਂ ਜਲਦੀ ਗਾਗਰ ਭਰ ਕੇ ਲੈ ਆਉਣੀ। ਉੱਥੇ ਉੱਚਾ ਥਾਂ ਬਣਾਇਆ ਹੋਇਆ ਸੀ ਜਿੱਥੇ ਅੱਜ ਗੁਰਦੁਆਰਾ ਦਮਦਮਾ ਸ਼ਿਸ਼ੋਵਤ ਹੈ, ਉੱਥੇ ਰੱਖ ਕੇ ਦਮ ਲੈਣਾ। ਇਸ ਕਰਕੇ ਉਸ ਗੁਰਦੁਆਰੇ ਦਾ ਨਾਂ ਦਮਦਮਾ ਸਾਹਿਬ। ਸੋ ਉੱਥੋਂ ਦਮ ਲੈ ਕੇ ਵੇਲੇ ਸਿਰ ਪਹੁੰਚ ਕੇ ਜਿਹੜਾ ਵਕਤ ਹੁੰਦਾ ਸੀ ਇਸ਼ਨਾਨ ਦਾ ਗੁਰੂ ਜੀ ਦਾ, ਉਸ ਤੋਂ ਪਹਿਲਾਂ ਪਹੁੰਚ ਕੇ ਉਸ ਜਲ ਦੇ ਨਾਲ ਇਸ਼ਨਾਨ ਕਰਵਾਉਣਾ। ਹਾਂ, ਜੇ ਕੋਈ ਕਹੇ ਦਰਿਆਵਾਂ ਦਾ ਪਾਣੀ ਸਾਫ਼ ਨਹੀਂ ਹੁੰਦਾ ਹੈ, ਮਿੱਟੀ ਘਟੇ ਵਾਲਾ ਹੁੰਦਾ ਹੈ, ਫਿਰ ਐਡੀ ਦੂਰੋਂ ਜਾ ਕੇ ਲਿਆਉਣਾ, ਅਤੇ ਉੱਥੇ ਕਿਹੜਾ ਪਾਣੀ ਦਾ ਘਾਟਾ ਸੀ। ਪਰ ਸਾਧ ਸੰਗ ਪ੍ਰੇਮ ਦੀਆਂ ਖੇਡਾਂ ਜਿਹੜੀਆਂ ਹਨ ਪ੍ਰੇਮੀ ਹੀ ਜਾਣਦੇ। ਹਾਂ, ਪ੍ਰੇਮੀਆਂ ਦੀ ਅਵਸਥਾ ਜਿਹੜੀ ਮਨ ਦੀ ਅਵਸਥਾ ਹੈ ਉਹ ਅਚਰਜੀ ਹੁੰਦੀ ਹੈ। ਇਉਂ ਕਰਕੇ ਇਤਨੀ ਖੇਚਲ, ਇਤਨਾ ਕਸ਼ਟ। ਇਹ ਪ੍ਰਣ ਕੀਤਾ, ਭਾਵੇਂ ਗਰਮੀ ਹੈ, ਸਰਦੀ ਹੈ, ਬਾਰਿਸ਼ ਪੈਂਦੀ ਹੈ, ਦਿਨ ਸਾਫ਼ ਹੈ, ਕੁਛ ਵੀ ਹੈ, 12 ਸਾਲ ਇਹ ਪ੍ਰਣ ਆਪ ਨੇ ਪੂਰਾ ਨਿਭਾਇਆ। ਕਿਤਨੀ ਕਠਿਨ ਪ੍ਰਤਿਗਿਆ ਹੈ ਸਾਧ ਸੰਗਤ। ਸੋ ਇਉਂ ਕਰਕੇ ਇਹੀ ਜਿਹੀ ਪ੍ਰਤਿਗਿਆ ਜਿਹੜੀ ਹੈ ਮੁਰਦੇ ਤੋਂ ਬਿਨਾਂ ਨਿਭ ਸਕਦੀ ਹੈ। ਮੁਰਦਾ ਹੋਈ ਮੁਰੀਦ ਨਾਲ ਗੱਲੀ ਹੋਣਾ। ਇਸ ਕਰਕੇ ਮੁਰੀਦ ਸਾਧਕ, ਮੁਰੀਦ ਫਿਦਾਈ, 3 ਕਿਸਮ ਦੇ ਸਿੱਖ, ਸਨਮੁਖ ਸਿੱਖ, ਗੁਰਮੁਖ ਸਿੱਖ। ਇਉਂ ਕਰਕੇ ਜਿਹੜੇ ਮੁਰੀਦ ਫਿਦਾਈ ਜੀ ਨੇ ਸਭ ਕੁਛ ਕੁਰਬਾਨ ਕਰ ਦਿੱਤਾ ਗੁਰੂ 'ਤੇ, ਸੋ ਉਹਨਾਂ ਦੇ ਵਾਸਤੇ ਇਹੋ ਜਿਹੀ ਅਵਸਥਾ ਬਣਦੀ ਹੈ। ਇਉਂ ਮੁਰੀਦ ਦੀ ਡੈਫੀਨੀਸ਼ਨ ਭਾਈ ਗੁਰਦਾਸ ਇਉਂ ਦੱਸਦੇ ਹਨ, ਮੁਰਦਾ ਹੋਏ ਨਾ ਮੁਰੀਦ ਗੱਲੀ ਹੋਣਾ, ਮੁਰਦਾ ਹੋਏ ਨਾ ਮੁਰੀਦ ਗੱਲੀ ਹੋਣਾ,
ਗੰਦੀ ਹੋਣਾ, ਗੰਦੀ ਹੋਣਾ, ਗੰਦੀ ਹੋਣਾ ਜੀ, ਗੰਦੀ ਹੋਣਾ, ਗੰਦੀ ਹੋਣਾ, ਗੰਦੀ ਮੁਰੀਦ ਸਿੱਖ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸ਼ੁਕਰ ਸ਼ਹੀਦ ਭਰਮ ਪਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨ ਨੀਂਦ ਨ ਖਾਣਾ ਸੋਵਣਾ, ਪੱਖੇ ਦੀ ਤਾਕੀਦ ਪਗਮਲ ਧੋਵਣਾ, ਪੀਸਣ ਪੀਸ ਜਦੀਦ ਪਾਣੀ ਢੋਵਣਾ, ਚੰਦ ਮਾਖ ਈਦ ਪੁੱਗ ਖਲੋਵਣਾ। ਇਹਨਾਂ ਨੇ ਡੈਫੀਨੇਸ਼ਨ ਦੱਸੀ ਹੈ ਮੁਰੀਦ ਦੀ। ਮੁਰਦਾ ਹੋਏ ਮੁਰੀਦ ਗੁਰੂ ਗੋਰ ਸਮਾਵੇ। ਜਿਵੇਂ ਮੁਰਦੇ ਦੀ ਸਮਾਈ ਕਬਰ ਵਿੱਚ ਹੁੰਦੀ ਹੈ, ਇਸੀ ਤਰ੍ਹਾਂ ਮੁਰੀਦ ਰੂਪੀ ਮੁਰਦਾ ਜੋ ਹੈ ਗੁਰੂ ਦੇ ਹੁਕਮ ਰੂਪੀ ਕਬਰ ਵਿੱਚ ਸਮਾ ਜਾਂਦਾ ਹੈ, ਗੁਰੂ ਦੇ ਵਿੱਚ ਸਮਾ ਜਾਂਦਾ ਹੈ। ਇਉਂ ਬਾਬਾ ਅਮਰਦਾਸ ਜੀ ਨੇ ਮੁਰਦੇ ਦੀ ਨਿਆਈ ਹੋ ਕੇ ਕਾਰਣਾ ਖਾ ਲਈ। ਇੱਥੇ ਦੱਸਿਆ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸ਼ੁਕਰ ਸ਼ਹੀਦ ਭਰਮ ਪਉ ਖੋਵਣਾ। ਸਬਰ ਔਰ ਸ਼ੁਕਰ ਜਦੋਂ ਸੇਵਾ ਔਰ ਭਜਨ ਕਰਦਾ ਹੈ, ਮਨ ਸ਼ੁੱਧ ਔਰ ਇਕਾਗਰ ਹੁੰਦਾ। ਸੇਵਾ ਅਤੇ ਭਜਨ ਕੀਤਿਆਂ ਸ਼ੁੱਧੀ ਔਰ ਇਕਾਗਰਤਾ ਦੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਬਰਕਤਾਂ ਪੈਦਾ ਹੁੰਦੀਆਂ ਹਨ। ਇਹਨਾਂ ਨੂੰ ਗੁਪਤ ਰੱਖਣਾ, ਜਜ਼ਬ ਰੱਖਣਾ। ਸਬਰ ਔਰ ਸ਼ੁਕਰ। ਜਿਸ ਵਕਤ ਹਿੰਦੁਸਤਾਨ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਹਕੂਮਤ ਸੀ, ਰੂਮ ਵਲਾਇਤ ਦਾ ਇੱਕ ਬਾਦਸ਼ਾਹ, ਉਸਨੂੰ ਰੱਬ ਦੀ ਬੰਦਗੀ ਕਰਨ ਦਾ ਸ਼ੌਕ ਲੱਗਿਆ। ਉਸਨੂੰ ਕਿਸੇ ਨੇ ਕਿਹਾ, ਜਿਤਨੀ ਦੇਰ ਤੱਕ ਸਬਰ ਔਰ ਸ਼ੁਕਰ ਨਹੀਂ ਧਾਰਨ ਕਰਦਾ, ਰੱਬ ਦੀ ਬੰਦਗੀ ਕਬੂਲ ਨਹੀਂ ਪੈਂਦੀ। ਹੁਣ ਸਬਰ ਅਤੇ ਸ਼ੁਕਰ ਦੇ ਮੈਨੇ ਕਾਜ਼ੀਆਂ ਮੁਲਾਣਿਆਂ ਨੂੰ ਪੁੱਛਣਾ ਸ਼ੁਰੂ ਕੀਤਾ, ਪਰ ਉਸਦੀ ਤਸੱਲੀ ਨਹੀਂ ਹੋਈ, ਤਸੱਲੀ ਬਖਸ਼ ਜਵਾਬ ਨਹੀਂ ਮਿਲ ਰਿਹਾ। ਅਖੀਰ ਕਿਸੇ ਨੇ ਕਿਹਾ, ਬਾਦਸ਼ਾਹ ਆਪ ਨੂੰ ਇਹਨਾਂ ਦੋ ਲਫ਼ਜ਼ਾਂ ਦੇ ਮੈਨੇ ਦਿੱਲੀ ਔਰੰਗਜ਼ੇਬ ਬਾਦਸ਼ਾਹ ਦੀ ਜੇਲ੍ਹ ਵਿੱਚ ਇੱਕ ਸਰਮਦ ਨਾਮ ਕਰਕੇ ਫਕੀਰ ਹੈ, ਉਸ ਤੋਂ ਪਤਾ ਲੱਗ ਸਕੇਗਾ। ਸਰਮਦ ਕੌਣ ਸੀ? ਇੱਕ ਆਰਫ ਲੋਕ ਸੀ। ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਸਾਰੇ ਭਾਈ ਮਰਵਾ ਦਿੱਤੇ ਸਨ। ਇਸ ਦਾ ਭਰਾ ਦਾਰਾ ਸ਼ਿਕੋ ਆਰਫ ਲੋਕ ਸੀ, ਗਿਆਨਵਾਨ ਸੀ, ਬ੍ਰਹਮ ਗਿਆਨੀ ਸੀ। ਮੀਆਂ ਮੀਰ ਜੀ ਦਾ ਉਹ ਮੁਰੀਦ ਸੀ, ਔਰ ਇਹੋ ਜਿਹੇ ਆਰਫਾਂ ਲੋਕਾਂ ਦੀ ਸੰਗਤ ਉਸਨੂੰ ਚੰਗੀ ਲੱਗਦੀ ਸੀ। ਇੱਧਰ ਸਰਮਦ ਨਾਮ ਕਰਕੇ ਇੱਕ ਆਰਫ ਲੋਕ ਦਿੱਲੀ ਵਿੱਚ ਹੀ, ਜਿੱਥੇ ਅੱਜ ਜਾਮਾ ਮਸਜਿਦ ਆ, ਉਸ ਦੇ ਨਜ਼ਦੀਕ ਹੀ ਵਸਦਾ ਸੀ। ਮਸਤ ਦਿਗੰਬਰ ਹਾਲਤ ਵਿੱਚ ਰਹਿੰਦਾ ਸੀ। ਉਹ ਪਹਿਲਿਆਂ ਚੰਗੇ ਅਮੀਰ ਨੌਨਿਹਾਲ ਯਾਨੀ ਚੰਗੇ ਅਮੀਰ ਘਰਾਣੇ ਦਾ ਲੜਕਾ ਸੀ। ਛੋਟਿਆਂ ਹੁੰਦਿਆਂ ਉਹਦੇ ਮਾਤਾ ਪਿਤਾ ਚੜ੍ਹਾਈ ਕਰ ਗਏ,
ਇਕੱਲਾ ਰਹਿ ਗਿਆ। ਪਰ ਵੱਡੇ ਭਾਗ ਉਸਨੂੰ ਉਸਦੀ ਪ੍ਰਵਿਰਤੀ ਸਤਸੰਗ ਵਿੱਚ ਹੋ ਗਈ, ਯਾਨੀ ਉਸਨੂੰ ਰੱਬ ਦੇ ਪਿਆਰਿਆਂ ਫਕੀਰਾਂ ਦੀ ਸੋਭਤ ਮੁਯੱਸਰ ਹੋਈ। ਇਨਸਾਨ ਜਿਹੀ ਜੀ ਸੰਗਤ ਕਰਦਾ ਹੈ ਵੈਸਾ ਇਸ 'ਤੇ ਮਨ 'ਤੇ ਅਸਰ ਪੈਂਦਾ, ਵੈਸਾ ਹੀ ਬਣ ਜਾਂਦਾ। ਕਬੀਰ ਮਨ ਪੰਖੀ ਭਿਆ ਉੱਡ ਉੱਡਦਾ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਚੋਰਾਂ ਦੀ ਸੰਗਤ ਚੋਰ ਬਣਾ ਦਿੰਦੀ ਹੈ, ਠੱਗਾਂ ਦੀ ਠੱਗ ਬਣਾ ਦਿੰਦੀ ਹੈ, ਜੂਏਬਾਜ਼ਾਂ ਦੀ ਸੰਗਤ ਜੂਏਬਾਜ਼ ਬਣਾ ਦਿੰਦੀ ਹੈ, ਸ਼ਰਾਬੀਆਂ ਦੀ ਸ਼ਰਾਬੀ ਬਣਾ ਦਿੰਦੀ ਹੈ। ਇਸੀ ਤਰ੍ਹਾਂ ਸ਼ਿਕਾਰੀਆਂ ਦੀ ਸੰਗਤ ਸ਼ਿਕਾਰੀ ਬਣਾ ਦਿੰਦੀ ਹੈ। ਭਗਤਾਂ ਦੀ ਸੰਗਤ ਜਿਹੜੀ ਹੈ ਭਜਨ ਕਰਨ ਵਾਲੇ ਪੁਰਸ਼ਾਂ ਦੀ, ਉਹ ਇਸ ਨੂੰ ਭਗਤ ਬਣਾ ਦਿੰਦੀ, ਯਾਨੀ ਭਜਨ ਵਿੱਚ ਲਗਾ ਕੇ ਦੀ ਜ਼ਿੰਦਗੀ ਸਵਾਰ ਦਿੰਦੀ ਹੈ। ਵੱਡੇ ਭਾਗ ਸਮਝੋ ਉਸਦੇ ਨਹੀਂ, ਉਸ ਉਮਰ ਦੇ ਵਿੱਚ ਬੜਾ ਮੁਸ਼ਕਲ ਹੈ ਇਸ ਮਾਰਗ ਵਿੱਚ ਲੱਗਣਾ, ਪਰ ਵੱਡੇ ਭਾਗਾਂ ਕਰਕੇ ਉਸਨੂੰ ਸਤਸੰਗ ਮੁਯੱਸਰ ਫਕੀਰਾਂ ਦੀ ਸੋਭਤ ਹਾਸਲ ਹੋ ਗਈ। ਜਿਤਨਾ ਧਨ ਦੌਲਤ ਬਹੁਤ ਸੀ ਉਸਦੇ ਪਾਸ, ਉਸਨੇ ਸੰਤਾਂ ਦੀ ਸੇਵਾ ਦੇ ਵਿੱਚ ਖਰਚ ਕਰਨਾ ਸ਼ੁਰੂ ਕੀਤਾ। ਸੰਤਾਂ ਦੀ ਸੇਵਾ ਕਰਨੀ ਔਰ ਭਜਨ ਕਰਨਾ, ਇਉਂ ਹੌਲੀ 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 ਉਸਨੂੰ ਮੰਜ਼ਿਲੇ ਮਾਰਫਤ ਪ੍ਰਾਪਤ ਹੋ ਗਈ, ਇਹਨੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਗਿਆ। ਉਸ ਦੀ ਅਵਸਥਾ ਦਿਗੰਬਰ ਹੈ, ਯਾਨੀ ਸਰੀਰ 'ਤੇ ਕੋਈ ਬਸਤਰ ਨਹੀਂ ਪਹਿਨਦਾ। ਪ੍ਰਭੂ ਦੇ ਰੰਗ ਵਿੱਚ ਉਹਦੀ ਬਿਰਤੀ ਅੱਠੇ ਪੈਰ ਝੂਮਦੀ ਰਹਿੰਦੀ ਹੈ। ਸੋ ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦੇ ਚੱਕਰਵਰਤੀ ਬਾਦਸ਼ਾਹ ਸੀ। ਇਹ ਸ਼ਰ੍ਹਾ ਦਾ ਪੱਖੀ ਸੀ। ਇਉਂ ਇੱਕ ਦਿਨ ਦਾ ਜ਼ਿਕਰ ਜੁਮੇ ਦਾ ਦਿਨ ਸੀ। ਉਹਨਾਂ ਸਮਿਆਂ ਦੇ ਵਿੱਚ ਹਾਥੀਆਂ ਵਗੈਰਾ ਦੀਆਂ ਸਵਾਰੀਆਂ ਹੁੰਦੀਆਂ, ਹਾਥੀ ਘੋੜੇ ਆਦਿ, ਮਸ਼ੀਨਰੀ ਤਾਂ ਹੁਣ ਹੋਈ ਹੈ। ਇਉਂ ਬਾਦਸ਼ਾਹ ਔਰੰਗਜ਼ੇਬ ਜੁਮੇ ਦੇ ਦਿਨ ਜਾਮਿਆ ਮਸਜਿਦ ਦੇ ਵਿੱਚ 2 ਘੰਟੇ ਵਾਸਤੇ ਨਮਾਜ਼ ਪੜ੍ਹਨ ਵਾਸਤੇ ਆਇਆ ਕਰਦਾ। ਨਜ਼ਦੀਕ ਹੀ ਇਹ ਫਕੀਰ ਰਹਿੰਦਾ ਸੀ, ਸਰਮਦ, ਸਰੀਰ 'ਤੇ ਇਹਦੇ ਕੋਈ ਬਸਤਰ ਨਹੀਂ ਸੀ ਪਹਿਨਿਆ, ਦਿਗੰਬਰ ਸੀ। ਆਉਂਦਿਆਂ ਆਉਂਦਿਆਂ ਇੱਕ ਕਾਜ਼ੀ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਤੁਹਾਡੇ ਇਸਲਾਮ ਦੇ ਘਰਾਣੇ ਦਾ ਫਕੀਰ ਹੈ, ਇਹੀ ਸ਼ਰ੍ਹਾ 'ਤੇ ਉਲਟ ਚੱਲਦਾ ਹੈ। ਤੁਸੀਂ ਚਾਹੁੰਦੇ ਹੋ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ 2 ਧਰਮ ਚੱਲ ਰਹੇ ਹਨ, ਹਿੰਦੂ ਔਰ ਮੋਮਨ, ਇੱਕੋ ਹੀ ਬਣਾ ਦਿਓ। ਜੇ ਤੁਸੀਂ ਆਪਣੇ ਘਰ ਨੂੰ ਨਹੀਂ ਸਵਾਰ ਸਕਦੇ, ਦੂਜਿਆਂ ਨੂੰ ਕਿਵੇਂ ਸਵਾਰੋਗੇ? ਇਹ ਤੁਹਾਡੇ ਇਸਲਾਮ ਦਾ ਫਕੀਰ ਹੈ, ਸ਼ਰ੍ਹਾ ਤੋਂ ਉਲਟ ਚੱਲਦਾ ਹੈ। ਸਿਰ 'ਤੇ ਨਾ ਕੋਈ ਪੱਗ ਹੈ, ਨਾ ਸਿਰ 'ਤੇ ਕੋਈ ਇਸ ਨੇ ਟੋਪੀ ਰੱਖੀ, ਕੁਲਾ ਰੱਖੀ ਹੋਈ ਹੈ। ਤਨ 'ਤੇ ਵੀ ਕੋਈ ਬਸਤਰ ਨਹੀਂ ਪਹਿਨਦਾ ਹੈ। ਇਸ ਨੂੰ ਕਹਿਣਾ ਚਾਹੀਦਾ ਸਿਰ 'ਤੇ ਕੋਈ ਪਗੜੀ ਜਾਂ ਕੁਲਾ ਰੱਖੇ ਔਰ ਤਨ 'ਤੇ ਵੀ ਕੋਈ ਨਾ ਕੋਈ ਬਸਤਰ ਰੱਖੇ, ਕਿਉਂਕਿ ਸ਼ਰ੍ਹਾ ਐਸਾ ਹੀ ਕਹਿੰਦੀ ਹੈ। ਇਸਨੇ ਆਪਣਾ ਹਾਥੀ ਸਰਮਦ ਦੇ ਪਾਸ ਖੜਾ ਕਰਕੇ ਕਿਹਾ, ਫਕੀਰ ਸਾਈਂ, ਸ਼ਰ੍ਹਾ ਐਸਾ ਇਜਾਜ਼ਤ ਨਹੀਂ ਦਿੰਦੀ ਵੀ ਸਰੀਰ ਤੋਂ ਕੋਈ ਬਸਤਰ ਨਾ ਪਹਿਨਿਆ ਜਾਵੇ ਔਰ ਸਿਰ 'ਤੇ ਪਗੜੀ ਜਾਂ ਕੁਲਾ ਨਾ ਰੱਖਿਆ ਜਾਵੇ। ਇਸ ਕਰਕੇ ਆਪ ਸਿਰ 'ਤੇ ਕੋਈ ਨਾ ਕੋਈ ਕੁਲਾ ਜਾਂ ਪਗੜੀ ਜ਼ਰੂਰ ਰੱਖੋ ਔਰ ਤਨ 'ਤੇ ਵੀ ਬਸਤਰ ਜ਼ਰੂਰ ਪਹਿਨੋ। ਫਕੀਰ ਬੇਪਰਵਾਹ ਹੁੰਦਾ ਹੈ। ਬੜੇ ਪਾਤਸ਼ਾਹਾਂ ਦੀ ਇਹੋ ਜਿਹੇ ਲੋਕਾਂ ਨੂੰ ਕੀ ਪ੍ਰਵਾਹ ਹੁੰਦੀ ਹੈ। ਸੰਤਨ ਅਵਰਨਾ ਕਾਹੂੰ ਜਾਣੀ, ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਫਾਕ ਸੁਆਮੀ। ਬੜੇ ਪਾਤਸ਼ਾਹ ਉਹਦੀ ਨਿਗਾਹ ਵਿੱਚ ਕੀ ਹੁੰਦੇ ਨੇ? ਜਿਹਦੀ ਰੱਬ ਦੇ ਨਾਲ ਬਣੀ ਹੋਈ ਹੈ, ਬੜੇ ਪਾਤਸ਼ਾਹਾਂ ਦਾ ਕੀ ਉਹਦੀ ਨਿਗਾਹ ਵਿੱਚ ਕਿਆ ਹੈ? यूँ करके वो कहने लगा, क्या अंधा है तुझे नज़र नहीं आता? मेरे सिर ऊपर 4 रंग का कुला है और जिसने अपनी ख्वाहिशात को काबू किया है उसको तन ऊपर बस्तर पहनने की कोई ज़रूरत नहीं। पहने ये मखरम अतरस पहने या कुछ भी ना पहने, उसकी अवस्था सम है। यानी फारसी अखरां विच ये लफ्ज़ उसने कहे से, सर बरहना ने इस्तम दारम कुल्हा 4 तरक, तर्क दुनिया, तर्क अकबा, तर्क मौला, तर्क तर्क। ये फारसी अखरां विच कहा सी, मेरा सिर नंगा नहीं,
मेरे सिर ते 4 रंग का कुला है। ये तो कहते तेरे सिर ते पाटी लीर भी नहीं, बादशाह कहता तेरे वर्गे अंधिया नहीं नज़र आती। किहड़े रंग तेरे कुल्हा दे? वो कहेंगे तर्क दुनिया, तर्क उकबा, तर्क मौला, तर्क तर्क के 4 रंग हैं। पहले दुनिया दी तमाम ख्वाहिशात में त्यागी पहला रंग है। दूसरा रंग में परलोक आदि इच्छा, स्वर्ग आदि भिष्ट आदि इच्छा भी त्याग दी हुई है, दूसरा रंग है। तीसरा प्रभु मिलाप की इच्छा होंगी है, जो वह मिलाप हो जाए वो इच्छा भी शांत हो जाती है। कहने लगा तीसरा तर्क मौला, मौला के मिलने की इच्छा में त्याग दी हुई है। फिर चौथा रंग तर्क तर्क, त्याग का त्याग, खुदी का त्याग। 3 किस्म की खुदी है। खुदी मिटी तब सुख भये, मन तन भये अरोग, नानक दृष्टि आया उस्तत करने जोग। खुदी होमे नूं कहने, देहंगता और दे ममता, इसका नाम खुदी है। ये 3 किस्म की है, राजसी, तामसी, शांत की। तामसी खुदी मैं दीन दुखिया अज निमाणा निकाणा अपने आप में दे जानता होया, असली जो इसका स्वरूप आत्मा है उसनों भुल के देह दे स्वभाव अपने विच मरने, इसनों यानी खुदी कहते, हंगता कहते, होमे कहते हैं। पहला तमोगुणी खुदी, तामसी खुदी। दूसरी राजसी खुदी है। राजसी खुदी की है, मैं बड़ा खूबसूरत हाँ, मैं बड़ा धनाड़ हाँ, मैं बड़ा अमीर हाँ, मैं बड़ा सखी हाँ, मैं बड़ा दाता हाँ, मैं बड़े प्रताप वाला हाँ। इतिहास यह जोड़े स्वभाव देह मुख रखद्या होया अपने आप को भुल के अपने विचे स्वभाव मरने, इसनों राजसी खुदी कहते। ये दूसरी राजसी खुदी। तीसरी शांत की खुदी होंगी है, उस दोगुणी पुरुषों में होंगी है। मैं संत हाँ, भगत हाँ, ऋषि हाँ, मुनि हाँ, मैं पीर हाँ, पैगंबर हाँ, औलिया हाँ, आलमा, फाजल हाँ। इतिहास यह जे गुणों को लैके जी बिरती अंदर संफुरण होंगी है, उसनों सतोगुणी खुदी या शांत की खुदी कहते हैं। इन्हां तिन्नां का त्याग कर देना, त्याग त्याग। तर्क दुनिया, तर्क उकबा, तर्क मौला, तर्क तर्क, इनू त्याग का त्याग कहा जाता है। तदे वशिष्ठ जी ने रामचंद्र जी ने कहे, राम जी जितनी देर तक त्याग का त्याग नहीं किया जाता परम पदवी की प्राप्ति हो नहीं सकती। यूँ करके ये सरमद ने गल्लां कहियां। सरमद दे पास दारा शिको बहना हुंदा। दारा शिको नूं इस बादशाह ने, हालांकि इसका सगा भाई सी, राज प्यारे राजियां भाई दुर प्यारे। इन्हों लोगों को राज प्यारे होंगे, भरावां नाल कोई प्यार नहीं होंदा। इस करके इसने अपने भरा मरवा दिते। दारा शिको जो को आर्थ लोग सी, इस सरमद के पास उठन बैठन वाला सी, इसनों भी इसने मरवा दिता। तो औरंगजेब ने यह लफ्ज़ कहा, कहन लगा इन सरमद नूं, कहन लगे उस दारा शिको नूं जो तुहाडे पास बहिंदा सी, जिसनूं तुसीं उहनूं दृष्टांत होया, दारा शिको दे सिर दे उपर छत्र चुल रहा है, अपने आप नूं एक भंगी की शक्ल विच देखे, सिर ते गंदे की टोकरी, मीह पैंदा है, वो पानी सारा ये कपड़ियां ते मूँह दे विच पैंदा है। अपने आप नूं इहो जी शक्ल विच देखिया। चाहिदा तो असीं खिमा मंगदा, पर मूर्खता की कोई हद हुंदी है। हुक्म कर दिता, इस सरमद नूं जेल में छड्ड दो, हत्थां नूं हथौड़ियां, पैरों नूं बेड़ियां मार दो, एक प्याला पानी का और 8 पैर पिछों 1 छटांक लूण, इसनूं ये खुराक मिले और 100 कोटला इसकी पिठ ते रोज़ लग्या कर। ये हुक्म कर दिता। हुण जिहड़ा औरंगजेब अपने प्यो शाहजहान नूं अखां कढवा दिंदा है, जेल विच सिट दिंदा है, ਉਹਦੇ वास्ते ये की गल्लां, पता नहीं किन्ने कारफ मरवाए सन। तद इस दियां रात दी जड़ां जल्दी पट्टियां गई ना। गुरु तेग बहादुर महाराज की शहीदी तो बाद फिर दिल्ली सौ नहीं सकिया। सो जदों इस सरमद नूं जेल विच हत्थां नूं हथौड़ियां, पैरां नूं बेड़ियां, 8 पैर पिछों 1 प्याला पानी का ते छटांक लूण मिलदा। सो उस रूम के बादशाह नूं
ਜਿਸ ਨੂੰ ਕਿਸੇ ਨੇ ਕਿਹਾ ਸੀ ਜਿਤਨੀ ਦੇਰ ਤੱਕ ਸਬਰ ਤੇ ਸ਼ੁਕਰ ਨਹੀਂ ਧਾਰਨ ਕਰਦਾ, ਰੱਬ ਦੀ ਬੰਦਗੀ ਕਬੂਲ ਨਹੀਂ ਪੈਂਦੀ ਰੱਬ ਦੀ ਦਰਗਾਹ 'ਚ। ਹੁਣ ਸਬਰ ਤੇ ਸ਼ੁਕਰ ਦੇ ਅਸਲੀ ਮੈਨੇ ਪੁੱਛਣਾ ਚਾਹੁੰਦਾ ਹੈ, ਪਰ ਤਸੱਲੀ ਬਖਸ਼ ਮੈਨੇ ਨਹੀਂ ਉਸ ਨੂੰ ਪ੍ਰਾਪਤ ਹੋ ਰਹੇ। ਫਿਰ ਕਿਸੇ ਨੇ ਕਿਹਾ ਔਰੰਗਜ਼ੇਬ ਦੀ ਜੇਲ੍ਹ ਦੇ ਵਿੱਚ ਸਰਮਦ ਨਾਮ ਕਰਕੇ ਫਕੀਰ ਹੈ, ਉਸ ਤੋਂ ਪੁੱਛੋ, ਉੱਥੇ ਆਪਣਾ ਆਦਮੀ ਭੇਜ, ਉੱਥੋਂ ਤੈਨੂੰ ਸਬਰ ਤੇ ਸ਼ੁਕਰ ਦੇ ਮੈਨੇ ਪਤਾ ਲੱਗੇਗਾ। ਇਸ ਨੇ ਆਪਣਾ ਵਕੀਲ ਭੇਜਿਆ ਔਰੰਗਜ਼ੇਬ ਦੇ ਪਾਸ ਵੀ ਇਸ ਨੂੰ ਸਾਈਂ ਲੋਕ ਸਰਮਦ ਨੂੰ ਮਿਲਾ ਦੇਣਾ ਚਾਹੀਦਾ। ਉਸਨੇ ਦਰੋਗਾ ਜੇਲ੍ਹ ਨੂੰ ਕਹਿ ਦਿੱਤਾ ਇਹਨੂੰ ਮਿਲਾ ਦਿਓ। ਖੈਰ ਜਿੱਥੇ ਹੱਥਾਂ ਨੂੰ ਹਥੌੜੀਆਂ, ਪੈਰਾਂ ਨੂੰ ਬੇੜੀਆਂ ਲੱਗੀਆਂ, ਮਸਤੀ ਵਿੱਚ ਝੂਮ ਰਿਹਾ ਸੀ, ਆਤਮਾਨੰਦ ਵਿੱਚ ਬਿਰਤੀ ਲਿਵਲੀਨ ਸੀ, ਉੱਥੇ ਜਾ ਕੇ ਇਹ ਬਾਦਸ਼ਾਹ ਰੂਮ ਦਾ ਵਕੀਲ ਕਹਿੰਦਾ ਹੈ, ਫਕੀਰ ਸਾਈਂ ਮੈਨੂੰ ਬਾਦਸ਼ਾਹ ਰੂਮ ਨੇ ਭੇਜਿਆ ਹੈ ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣ ਵਾਸਤੇ, ਕਿਰਪਾ ਕਰਕੇ ਇਹ ਆਪ ਮੈਨੂੰ ਦੱਸੋ। ਕੁਛ ਦੇਰ ਤੱਕ ਚੁੱਪ ਰਿਹਾ। ਅਖੀਰ ਸਰਮਦ ਕਹਿਣ ਲੱਗਾ, ਕੱਲ੍ਹ 12 ਵਜੇ ਇੱਕ ਮਸ਼ਕ ਪਾਣੀ ਦੀ 2.5 ਗਜ਼ ਕੋਰਾ ਕੱਪੜਾ ਲੈਂਦਾ ਆਵੀਂ, ਤੈਨੂੰ ਇਹਨਾਂ ਦੇ ਮੈਨੇ ਪਤਾ ਲੱਗ ਜਾਏਗਾ। ਸੋ ਦੂਸਰੇ ਦਿਨ ਐਸਾ ਹੀ ਕੀਤਾ, ਇੱਕ ਮਸ਼ਕ ਪਾਣੀ ਦੀ ਲੈ ਗਿਆ ਔਰ 2.5 ਗਜ਼ ਕੋਰਾ ਕੱਪੜਾ ਲੈ ਗਿਆ। ਸੋ ਜਦੋਂ ਪਹੁੰਚ ਗਿਆ ਕਹਿਣ ਲੱਗਾ, ਫਕੀਰ ਸਾਈਂ ਮੈਂ ਆ ਗਿਆ ਹਾਂ। ਖੈਰ ਕਹਿਣ ਲੱਗਾ ਮੇਰੇ ਸਰੀਰ 'ਤੇ ਇਹ ਪਾਣੀ ਪਾ ਦੇ, ਇਹਨੂੰ ਇਸ਼ਨਾਨ ਕਰਾ ਦੇ। ਇਸ ਦੇ ਨਾਲ ਇਸ਼ਨਾਨ ਕਰ ਲਿਆ। ਆਪ ਦਿਗੰਬਰ ਸਰੀਰ 'ਤੇ ਕੋਈ ਬਸਤਰ ਨਹੀਂ ਸੀ ਪਹਿਨਦਾ, ਲੇਕਿਨ ਉਸ ਦਿਨ ਉਸਨੇ ਉਹ ਕੋਰਾ ਕੱਪੜਾ ਲੱਕ 'ਤੇ ਬੰਨਿਆ, 2.5 ਗਜ਼ ਕੱਪੜਾ ਸੀ ਜਿਹੜਾ। ਇਤਨੇ ਨੂੰ ਕੋੜੇ 100 ਕੋਟਾ ਪਿੱਛੇ ਮਾਰਨ ਵਾਲੇ ਜਿਹੜੇ ਹੁੰਦੇ ਸੀ ਉਹ ਆਏ। ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ, ਪਰ ਆਸਮਾਨ ਵਿੱਚ ਕੀ ਨਜ਼ਰ ਆਇਆ ਉਸ ਵਕੀਲ ਨੂੰ? ਬੇਅੰਤ ਸ਼ਕਤੀਆਂ ਹੱਥ ਬੰਨੀ ਖੜੀਆਂ ਸਰਮਦ ਦੇ ਅੱਗੇ। ਹੁਕਮ ਕਰੋ ਦਿੱਲੀ ਅਤੇ ਲਾਹੌਰ ਦੋਨਾਂ ਨੂੰ ਹਥੇਲੀਆਂ 'ਤੇ ਰੱਖ ਕੇ ਟਕਰਾ ਕੇ ਇਹਦਾ ਖਾਤਮਾ ਕਰ ਦੀ, ਜਾਂ ਇਸ ਬਾਦਸ਼ਾਹ ਦੀ ਬਾਦਸ਼ਾਹੀ ਗਰਕ ਕਰ ਦੀਏ। ਲੇਕਿਨ ਸਰਮਦ ਵੱਲੋਂ ਉਂਗਲੀ ਦੇ ਇਸ਼ਾਰੇ ਨਾਲ ਉਹਨਾਂ ਨੂੰ ਜਵਾਬ ਮਿਲ ਰਿਹਾ ਹੈ। ਉਹ ਇੰਨੀ ਤਕਲੀਫ ਝੱਲਣ ਦੇ ਬਾਵਜੂਦ ਵੀ ਸ਼ਾਂਤ ਹੈ ਚਿੱਤ। ਇਤਨੇ ਨੂੰ ਇੱਕ ਪਿਆਲਾ ਪਾਣੀ ਦਾ, ਇੱਕ ਛਟਾਂਗ ਲੂਣ ਆ ਗਿਆ। ਉਹ ਫੱਕ ਕੇ ਉੱਪਰ ਦੀ ਪਾਣੀ ਪੀ ਲਿਆ, ਸ਼ੁਕਰ ਕੀਤਾ। ਕਹਿਣ ਲੱਗਾ ਦੱਸੋ। ਉਹ ਵਕੀਲ ਪੁੱਛਦਾ, ਸਰਮਦ ਕਹਿੰਦਾ ਮੈਂ ਦੱਸ ਚੁੱਕਿਆ ਹਾਂ, ਪ੍ਰੈਕਟੀਕਲੀ ਦੱਸ ਚੁੱਕਿਆ ਹਾਂ। ਇਸ ਵਾਸਤੇ ਹੀ ਤੈਨੂੰ ਕਿਹਾ ਸੀ। ਸਬਰ ਤਾਂ ਕਹਿੰਦੇ ਹਨ ਭਜਨ ਬੰਦਗੀ ਕਰਦਿਆਂ, ਸੇਵਾ ਕਰਦਿਆਂ ਮੈਨੂੰ ਸ਼ਕਤੀਆਂ ਪੈਦਾ ਹੁੰਦੀਆਂ ਹਨ, ਉਹਨਾਂ ਨੂੰ ਗੁਪਤ ਰੱਖਣਾ, ਜ਼ਾਹਰ ਨਾ ਕਰਨਾ ਵਾਹਿਗੁਰੂ ਦੀ ਰਜ਼ਾ ਤੋਂ ਬਿਨਾਂ, ਇਸ ਨੂੰ ਸਬਰ ਕਹਿੰਦੇ ਹਨ। ਬਾਕੀ ਜੋ ਕੁਛ ਮਿਲ ਗਿਆ ਪ੍ਰਾਰਥ ਅਨੁਸਾਰ ਉਸ 'ਤੇ ਪ੍ਰਸੰਨ ਰਹਿਣਾ, ਉਸ ਨੂੰ ਸ਼ੁਕਰ ਕਹਿੰਦੇ ਨੇ। ਦੇਖ 100 ਕੋਟਲਾ ਪਿੱਠ 'ਤੇ ਰੋਜ਼ ਲੱਗਦਾ ਹੈ। ਦੇਖਿਆ ਇਤਨੀ ਤਾਕਤ ਰੱਖਦਾ, ਅਗਰ ਚਾਹਾਂ ਇਹ ਬਾਦਸ਼ਾਹ ਦੀ ਬਾਦਸ਼ਾਹੀ ਗਰ ਕਰ ਸਕਦਾ ਹਾਂ, ਪਰ ਨਹੀਂ ਕਰਦਾ। ਇਤਨੀ ਤਕਲੀਫ ਆਪਣੇ ਸਰੀਰ 'ਤੇ ਚੱਲਦਾ ਹਾਂ। ਇਸ ਨੂੰ ਕਹਿੰਦੇ ਹਨ ਸਬਰ। ਸ਼ੁਕਰ ਇੱਕ ਪਿਆਲਾ ਪਾਣੀ ਦਾ, ਇੱਕ ਛਟਾਂਗ ਲੂਣ ਮਿਲਦਾ ਮੈਨੂੰ 8 ਪੈਰ ਪਿੱਛੋਂ, ਇਹ ਖਾ ਕੇ ਮੈਂ ਸ਼ੁਕਰ ਕਰਦਾ। ਇਸ ਨੂੰ ਕਹਿੰਦੇ ਨੇ ਸ਼ੁਕਰ। ਕਹਿ ਦੀ ਆਪਣੀ ਬਾਦਸ਼ਾਹ ਨੂੰ ਜਾ ਕੇ ਵੀ ਸਬਰ ਸ਼ੁਕਰ ਦੇ ਇਹ ਮੈਨੇ ਹਨ। ਇੱਥੇ ਮਰੀਦ ਦੀ ਡੈਫੀਨੇਸ਼ਨ ਵਿੱਚ ਦੱਸਦੇ ਨੇ ਭਾਈ ਗੁਰਦਾਸ, ਮੁਰਦਾ ਹੋਏ ਮਰੀਦ ਨਾਲ ਗੱਲੀ ਹੋਵਣਾ, ਸਬਰ ਸ਼ੁਕਰ ਸ਼ਹੀਦ ਭਰਮ ਭਉ ਖੋਵਣਾ। ਸੋ ਇਸ ਤਰੀਕੇ ਸਿਰ ਇਹ ਗੁਣ ਜਿਉਂ-ਜਿਉਂ ਸੇਵਾ ਭਗਤੀ ਕੀਤੀ ਜਾਂਦੀ ਹੈ, ਮਨ ਸ਼ੁੱਧ ਅਤੇ ਇਕਾਗਰ ਹੁੰਦਾ ਹੈ, ਪੈਦਾ ਹੁੰਦੇ ਹਨ। ਮੁਰੀਦ ਦੀ ਨਿਆਈ ਇਤਨੀ ਕਾਰਣਾ ਕਾਰਣੀ, ਜਿਵੇਂ ਮੁਰਦੇ ਨੂੰ ਪਤਾ ਨਹੀਂ ਹੁੰਦਾ ਵੀ ਉਸ 'ਤੇ ਕਿਤਨੀ ਕੁਛ ਤਕਲੀਫ ਹੋਈ ਜਾਵੇ ਜਾਂ ਸੁੱਖ ਵੀ ਲਈ ਜਾਵੇ, ਦੋਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਇਉਂ ਬਾਬਾ ਅਮਰਦਾਸ ਜੀ ਮਰੀਦ ਮੁਰਦੇ ਦੀ ਨਹੀਂ ਹੋ ਕੇ, ਲੱਕ ਬੰਨ੍ਹ ਕੇ, ਕਮਰ ਕਸਾ ਕਰਕੇ ਸੇਵਾ ਅਤੇ ਭਜਨ ਵਿੱਚ ਲੱਗੇ ਹੋਏ ਹਨ। ਨਾਮ ਜਪੀਏ ਤੰਦੂਰ ਹੁੰਦੇ ਨੇੜੇ, ਸੇਵਾ ਕਰਕੇ ਮਾਣ ਪਾਈਂਦਾ। ਜਪੀਏ ਤੰਦੂਰ ਹੁੰਦੇ, ਸੇਵਾ ਕਰਕੇ ਮਾਣ ਪਾਈਂਦਾ। ਜਪੀਏ ਤੰਦੂਰ
सेवा और भजन दो चीज़ां जिन्हां विच बेअंत बरकत है। इन्हां दे विच सब कुछ ही मिलता है, दीन मिलता है, दुनिया मिलता है, प्रभु प्राप्ति मिलती है, जीवन मुक्ति मिलती है, सब कुछ ही इन्हां विच आ जाता है। उन्हां वास्ते कमर कसा कीता। साध संगत उन्हें घड़ी अगे नहीं चलन दिंदी। इस वास्ते आपां नूं रोज़ के सुभाव के मुताबिक पहले आनंद साहब का पाठ करो, फिर गुरु स्त्रोत्र विच बोलना, उस तो बाद एक मानो के अरदास विच जुड़ना, फिर हुक्मनामा सुनना, प्रसाद लैके अगला प्रोग्राम सुन के चाले पाने। जो प्रसंग चल रहा है रोज़ बरोज़ इत्थों अगे नूं चलिया जाए, ये नहीं भी को दिन समाप्त हो जाना, ये चल ही रहा है। कल इत्थों फिर शुरू किया जाएगा। राम कली महला तीजा आनंद एक ओंकार सतगुरु प्रसाद आनंद पिया सुन मेरी ये माए सतगुरु मैं पाया।
सुखरा ताको विघ्न न को लागै जाकी प्रभु आगे अरदास। एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लई ध्याए। फिर अंगद गुर ते अमरदास रामदासे होई सहाय। अर्जन हर गोबिंद नू सिमरो श्री हर राय। श्री हर कृष्ण ध्याइए जिस डिठे सब दुख जाए। गुरु तेग बहादुर सिमरिए घर नौ निध आवे धाए। सब थाई होए सहाय। दसवें पातशाह श्री गुरु गोबिंद सिंह साहब जी सब थाई होए सहाय। श्लोक महला दूजा। आपे जाने करे आप आपे आने रास। तिसे अग्गै नानका खलै कीचै अरदास। सत श्री अकाल पुरख जी का ध्यान धर के खालसा साहिब बोलो जीवा। दसां पातशाहियां दी जोत श्री गुरु ग्रंथ साहिब जी दे पाठ। दर्शन दीदार दा ध्यान धर के खालसा साहिब बोलो जीवा। चार साहिबजादे पंज प्यारे 40 मुक्ते पंजां तख्तां सरबत गुरद्वारियां दा ध्यान धर के खालसा साहिब बोलो जीवा। जिन्ना गुरमुखां नाम जपिया बंड छकिया धर्म है सीस दिते। चरखियां ते चढ़े बंद बंद कुटवाए सिदक नहीं हारिया। तिन्ना सचियारियां प्यारियां सिदकवान सिखां दी कमाई दा ध्यान धर के खालसा साहिब बोलो जीवा। सिखां दा मन नीवा मत ऊची मत पत का राखा। आप काल पुरख वाहिगुरु सिखां नू सिखी दान। भरोसा दान दाना सिरदान नाम दान। श्री अमृतसर साहब जी के दर्शन इशनान। चौंकियाँ चंडे बुंगे जुगो जुग अटल धर्म का जयकार। सच्चे पातशाह सिखी सिद्ध केसां सवासां संग निभावना। हे करना निधान सतगुरु जीओ आप जी दे हजूर दीवान सजाए हन। कीरतन बखियान होए हन। अखर वादा घाटा भुल चुक माफ करना। अगे वास्ते शुद्ध स्पष्ट कीरतन बखियान करन दा वल बख्शो। हे मेहरबान गुरबाणी द्वारा विचारां कीतियां हन। इन्हां दा प्रभाव साडे कलयुगी जीवां दे हिरदियां ते वसाओ। आई संगत दी हाजरी आप जी दे दर ते प्रवान करो। नामदान सिखी दान भरोसा बख्शो। आप जी दे हजूर कड़ा प्रसादी देग हाजिर है। आप जी भोग लाओ शीत प्रसाद साध संगत को मिले। काम क्रोध लोभ मोह हंकार आदक तो बचा के आप जी दे पवित्र चरण कवलां दी प्रीत बख्शो। सही प्यारे मेलो जिन्ना मिलिया आप जी दा नाम अठे पहर चित आवे। कला वाहिगुरु जी की बरते धन गुरु नानक नाम चढ़दी कला तेरे बाणे सर्वत का। वाहिगुरु जी का खालसा वाहिगुरु जी बोले सोनिया।
ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੂਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸਰਣ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੈ ਵੇਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰਾ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣ ਦਾਸ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰਾ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣ ਦਾਸ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਸ਼ਾਸਤਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਸਤਰ ਜੀ ਬਾਬਾ ਜੀ ਨੇ ਪ੍ਰਾਪਤ ਕੀਤੀ ਹੈ ਆਪਣੀ ਅਵਸਥਾ ਪਹਿਲੇ ਹੀ ਮਹਾਤਮਾ ਦੀ ਜਿਹੜੀ ਅਵਸਥਾ ਹੈ ਉਹ ਆਰੰਭ ਵਿੱਚ ਆਨੰਦ ਰਹਿੰਦੇ ਹਨ। ਬਾਪ ਵੀ ਇਸੇ ਪ੍ਰਕਾਰ ਹੀ ਮਹਾਰਾਜ ਦਾ ਆਇਆ ਹੈ। ਸੋ ਅਨੇਕ ਪ੍ਰਮਾਣ ਮਿਲਦੇ ਹਨ आपका भी आप तू ना ही तो दूर जाने पर तू है तू ना ही